चंद साल पहले तक अंजुम विर्क का नाम शेखुपुरा के नामवर दुश्मनदार पहलवान के तौर पर लिया जाता था, लेकिन अब वो सब कुछ छोड़ छाड़ कर एक सिंगर के तौर पर अपनी पहचान बनाकर लोगों में मोहब्बतें बांट रहे हैं। हो चलो चलिए नानके हो कम सारे हुण करांगे आण के। इनके अंदर इतनी बड़ी तब्दीली कैसे आ गई, ये बताएंगे आपको आज की इस वीडियो में। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम नाजरीन, आपका मेज़बान जैन बाबू आपकी खिदमत में हाजिर है और आप देख रहे हैं उर्दू पॉइंट। नाजरीन, आज आपको एक ऐसी शख्सियत से मिलवाने जा रहे हैं जिन्होंने बचपन से ही जेलें, पिस्तौलें, राइफलें और उसके अलावा लड़ाई झगड़े और दुश्मनदारियां देखी। आज अचानक से इनकी ज़िंदगी कैसे बदल गई कि लड़ाइयों वाले, झगड़ों वाले, दुश्मनदारियों वाले अंजुम पहलवान आज अंजुम विरक बन गए। आज अंजुम विरक कैसे बन गए? अचानक उनका हाथ तर 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 गोलियां चलाते चलाते अचानक हाथ स्लिप होके हारमोनियम पे कैसे आ गया? आज वो सिंगर कैसे बन गए? आइए उन्हीं की जुबानी जानते हैं। ਭੈਣ ਹੋਰ ਸੁਣਾਓ ਫਿਰ। ਸ਼ੁਕਰ ਅੱਲਾ ਦਾ ਜੀ। ਅੰਜਮ ਪਹਿਲਵਾਨ ਤੋਂ ਜੀ ਅੰਜਮ ਵਿਰਕ ਕਿਵੇਂ ਬਣ ਗਿਆ? ਮੈਂ ਤੇ ਜੀ ਅੱਗੇ ਵੀ ਅੰਜਮ ਵਿਰਕ ਹੀ ਸਾਂ। ਅੱਛਾ, ਠੀਕ ਹੈ ਨਾ। ਅੰਜਮ ਪਹਿਲਵਾਨ ਤੇ ਮੈਂ ਹੈ ਹੀ ਨਹੀਂ। ਤੇ ਫਿਰ ਇਹ ਗੰਨਾ ਗੁੰਨਾ ਤੇ ਠਾ ਫਾ ਇੱਧਰ ਉੱਧਰ ਆ ਕੀ ਚੀਜ਼ ਨੇ? ਇਹ ਨਾ ਜੀ ਤੁਸੀਂ ਇਹੀ ਸਮਝੋ ਕਿ ਸਾਨੂੰ ਵਿਰਾਸਤ 'ਚ ਹੀ ਮਿਲੀਆਂ ਨੇ ਇਹ ਚੀਜ਼ਾਂ। ਵਿਰਾਸਤ 'ਚ ਮਿਲੀਆਂ ਨੇ ਯਾਨੀ ਕਿ ਹੋਰ ਕੋਈ ਚੀਜ਼ ਨਹੀਂ ਸੀ? ਕੋਈ ਗੱਡੀ, ਕੋਈ ਜ਼ਮੀਨ, ਕੋਈ ਟੋਇਆ, ਕੋਈ ਪੈਸਾ ਧੇਲਾ, ਹੋਰ ਕੁਝ ਨਹੀਂ ਸੀ? ਇਹ ਗੰਨੇ ਹੀ ਮਿਲੀਆਂ ਸਿਰਫ ਵਿਰਾਸਤ ਤੋਂ। ਉਹ ਇਸ ਸੰਭਾਲੀ ਹੈ ਨਾ, ਸਾਡੀ ਨਾ ਦੁਸ਼ਮਣੀ ਸੀ ਬੜੀ ਚੱਲ ਰਹੀ। ਅੱਛਾ। ਤੇ ਵਾਲਾ ਸਾਹਿਬ ਦਾ ਵੀ ਮਰਡਰ ਹੋ ਗਿਆ ਸੀ 95 ਵਿੱਚ। ਮੈਂ ਉਦੋਂ ਫਸਟ ਈਅਰ ਸਟੂਡੈਂਟ ਸਾਂ। ਗ੍ਰੈਜੂਏਸ਼ਨ ਵੀ ਮੈਂ ਉੱਥੋਂ ਹੀ ਕੀਤੀ, ਲਾਹੌਰ FC ਕਾਲਜ ਤੋਂ। ਅੱਛਾ। ਤੇ ਉਦੋਂ ਦਾ ਹੀ ਇਹ ਸਿਲਸਿਲਾ ਸਾਡੇ ਨਾਲ ਅਟੈਚ ਸੀ। ਤੇ ਹੁਣ ਤੇ ਸੋਨੇ ਰੱਬ ਦਾ ਬੜਾ ਸ਼ੁਕਰ ਹੋਇਆ ਕਿ ਸਾਡੀਆਂ ਸੁਲ੍ਹਾ ਹੋ ਗਈਆਂ ਨੇ। ਅਸੀਂ ਐਜ਼ ਏ ਤੁਸੀਂ ਇਹ ਸਮਝ ਲਓ ਕਿ ਗੰਨਾ ਨਾਲ ਕੋਈ ਏਡੀ ਦਿਲਚਸਪੀ ਨਹੀਂ ਹੈ। ਅੱਛਾ। ਲੇਕਿਨ ਅਦਰਵਾਈਜ਼ ਇਹ ਅਸੀਂ ਉਸ ਬਣਾ 'ਤੇ ਇਹਨੂੰ ਯੂਜ਼ ਕਰਨੇ ਆ ਕਿ ਕਦੀ ਕਿਸੇ ਜਗ੍ਹਾ 'ਤੇ ਸਾਡੀ ਸੁਲ੍ਹਾ ਹੋ ਗਈ ਹੈ, ਸਾਨੂੰ ਇਨਸ਼ਾ ਅੱਲਾਹ ਤਾਲਾ ਕੋਈ ਡਰ ਨਹੀਂ। ਅੱਲਾਹ ਦਾ ਆਪਣੇ ਹਿਫਜ਼ੋ ਇਮਾਨ ਵਿੱਚ ਹਰ ਇੱਕ ਨੂੰ ਰੱਖੇ। ਅਸੀਂ ਇਸ ਚੀਜ਼ ਤੋਂ ਸਾਨੂੰ ਕੋਈ ਨਹੀਂ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ। ਲੇਕਿਨ ਕਿਸੇ ਜਗ੍ਹਾ 'ਤੇ ਅਗਰ ਅਸੀਂ ਫਿਕਸ ਜਗ੍ਹਾ 'ਤੇ ਕੋਈ ਚੀਜ਼ 'ਤੇ ਜਾਣਾ ਹੈ ਨਾ ਜੀ, ਕਿਸੇ ਸ਼ਾਦੀ 'ਤੇ ਜਿੱਥੇ ਪਤਾ ਤਾਂ ਉਹਦੇ ਵਾਸਤੇ ਕਿ ਫਲਾਨ ਜਗ੍ਹਾ 'ਤੇ ਫਿਕਸ ਜ਼ਰੂਰ ਹੀ ਆਉਣਾ, ਉੱਥੇ ਐਜ਼ ਏ ਥੋੜ੍ਹੀ ਜਿਹੀ ਪ੍ਰੋਟੈਕਸ਼ਨ ਵਾਸਤੇ ਲੈ ਜਾਈਦੀ ਹੈ। ਅੱਛਾ, ਵੈਸੇ ਉਹ ਵਾਲੀ ਜ਼ਿੰਦਗੀ ਬਹੁਤੀ ਮਜ਼ੇਦਾਰ ਸੀ ਜਾਂ ਹੁਣ ਵਾਲੀ ਜ਼ਿੰਦਗੀ ਮਜ਼ੇਦਾਰ ਹੈ? ਮੈਂ ਨਾ ਜੀ ਉਹਦੇ ਜ਼ਿੰਦਗੀ ਹੀ ਨਹੀਂ ਸੀ। ਉਹਦੇ ਵਿੱਚ ਤੇ ਕਦੀ ਸ਼ੌਕ ਹੀ ਪੂਰਾ ਨਹੀਂ ਸੀ ਹੋ ਸਕਿਆ ਕੋਈ। ਅਸੀਂ ਤੇ ਕਦੀ ਸ਼ਹਿਰ ਤੱਕ ਨਹੀਂ ਸਾਂ ਜਾ ਸਕੇ ਗੰਦਮੈਨ ਤੋਂ ਬਗੈਰ। ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਜਦੋਂ ਵਿਆਹ ਤੇ ਗਏ, ਯਾਨੀ ਕਿ ਤੁਹਾਡਾ ਆਪਣਾ ਜਦੋਂ ਵਿਆਹ ਹੋਇਆ, ਹਾਂਜੀ, ਵਲੀਮੇ ਵਾਲੇ ਦਿਨ ਭਾਬੀ ਉਹਨਾਂ ਨੇ ਸਮਝਿਆ ਕਿ ਛਾਪਾ ਪੈ ਗਿਆ, ਇੰਨੇ ਵੱਡੇ ਬੰਦੇ ਨਾਲ ਗੰਨਾ ਹੀ ਗੰਨਾ। ਨਹੀਂ, ਉਹ ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਨਹੀਂ ਸੀ। ਬਸ ਉਹਨਾਂ ਨੂੰ ਵੈਸੇ ਆਈਡੀਆ ਸੀ ਤੇ ਬਸ ਮੈਂ ਤੇ ਹੀ ਦੁਆ ਕਰਾਂਗਾ ਕਿ ਅੱਲਾ ਮਹਿਫੂਜ਼ ਰੱਖੇ। ਉਹ ਬੜੀ ਇੱਕ ਟਫ ਜਿਹੀ ਜ਼ਿੰਦਗੀ ਗੁਜ਼ਾਰੀ ਹੈ। ਅੱਲਾਹ ਤਾਲਾ ਮੈਂ ਤੇ ਸਮਝਾਂਗਾ ਕਿ ਕਿਸੇ ਦੇ ਵੇਖੋ ਇੱਕ ਦੁਆ ਦੇ ਤੌਰ ਤੇ ਮੈਂ ਗੱਲ ਕਹਿ ਸਕਣਾ ਵਾਂ ਕਿ ਅੱਲਾਹ ਤਾਲਾ ਕਿਸੇ ਦੇ ਦੁਸ਼ਮਣ ਦੀ ਵੀ ਦੁਸ਼ਮਣੀ ਨਾ ਹੋਵੇ। ਠੀਕ ਹੈ ਨਾ। ਅਦਰਵਾਈਜ਼ ਅਸੀਂ ਤੁਸੀਂ ਜਦੋਂ ਇਹਨਾਂ ਚੀਜ਼ਾਂ 'ਚ ਪੈ ਜਾਂਦੇ ਆ ਨਾ, ਅਸੀਂ ਵਿੱਚੋਂ ਇੱਕ ਡਰੀ ਸਹਿਮੀ ਲਾਈਫ ਗੁਜ਼ਾਰ ਰਹੇ ਹੁੰਦੇ ਹਾਂ। ਲੇਕਿਨ ਜਦੋਂ ਅਸੀਂ ਸ਼ਰੀਕੇ ਦੇ ਸਾਹਮਣੇ ਬਹਿਣਾ ਹੁੰਦਾ ਜਾਂ ਕਿਸੇ ਦੇ ਅੱਗੇ ਜਾ ਕੇ ਗੱਲ ਕਰਨੀ ਹੁੰਦੀ ਹੈ ਨਾ, ਅਸੀਂ ਫਿਰ ਉੱਥੇ ਪੂਰੇ ਚੌੜੇ ਹੋ ਕੇ ਤੇ ਮੁੱਛ ਨੂੰ ਵੱਟ ਦੇ ਕੇ ਬੈਠਦੇ ਆ। ਅਸੀਂ ਇਹ ਗੱਲ ਆਂਦੇ ਨਹੀਂ ਹੈ ਸਾਡੇ ਜਿਹੜਾ ਵੀ ਕੋਈ ਭਲਵਾਨ, ਹਾਲਾਂਕਿ ਤੁਸੀਂ ਤਾਂ ਮੁੱਛ ਰੱਖੀ ਨਹੀਂ ਹੋਈ। ਤੁਸੀਂ ਕਿਉਂ ਵੱਟ ਦਿੰਦੇ? ਇਸੇ ਤੇ ਮੈਂ ਕਹਿੰਦਾ ਕਿ ਨਾ ਰੱਖਨੇ ਆ ਤੇ ਨਾ ਹੀ ਵੱਟ ਦਿੰਦੇ ਆ। ਜਿਹੜੀ ਉਮਰ ਦੇ ਵਿੱਚ ਤੁਸੀਂ ਜੇਲ੍ਹ ਗੁਜ਼ਾਰੀ ਹੈ, ਪਹਿਲੇ ਤਾਂ ਮੈਨੂੰ ਇਹ ਦੱਸੋ ਤੁਹਾਡੀ ਉਮਰ ਕਿੰਨੀ ਸੀ ਉਦੋਂ, ਤੇ ਦੂਸਰੀ ਗੱਲ ਹੈ ਕਿ ਕਿੰਨੀਆਂ ਕੁ ਮੁਸ਼ਕਲਾਤ ਪੇਸ਼ ਆਈਆਂ ਤੁਹਾਨੂੰ ਜੇਲ੍ਹ ਦੇ ਅੰਦਰ? ਇਹ ਜਦੋਂ ਅਸੀਂ ਜੇਲ੍ਹ ਵਿੱਚ ਗਏ ਨਾ, ਮੇਰੀ ਏਜ ਉਦੋਂ ਹੋਏਗੀ ਤਕਰੀਬਨ ਕੋਈ 20-22 ਸਾਲ। ਸਹੀ ਹੈ, 20-22 ਸਾਲ ਤੋਂ ਵੀ ਘੱਟ ਹੋਏਗੀ।
ਤੇ ਉਹਨਾਂ ਨੇ ਸਾਨੂੰ ਪੰਜੇ ਬੇੜੀ ਲਾ ਦਿੱਤੀ ਸੰਗਲ ਵਾਲੀ ਤੇ ਸਾਨੂੰ ਉੱਥੇ ਭੇਜ ਦਿੱਤਾ ਜਾ ਕੇ ਸਾਨੂੰ ਕਿਹਾ ਕਿ ਗੋਭੀ ਗੋਡੋ ਛਾਲੇ ਪੈ ਗਏ 7 ਦਿਨ ਅਸੀਂ ਉੱਥੇ ਗੋਭੀ ਗੋਡੀ 7 ਦਿਨ ਦੀ ਗੋਭੀ ਗੋਡਣ ਤੋਂ ਬਾਅਦ ਨਾ ਜਦੋਂ ਮੈਂ ਘਰ ਆਇਆ ਨਾ ਤੇ ਉਦੋਂ ਮੈਂ ਸੈਕੰਡ ਈਅਰ ਦਾ ਸਟੂਡੈਂਟ ਸਾਂ FC ਕਾਲਜ ਲਾਹੌਰ ਤੇ ਸਹੀ ਤੇ ਮੈਂ ਜਦੋਂ ਘਰ ਵਾਪਸ ਆਇਆ ਨਾ ਤੇ ਵਾਲਦਾ ਸਾਹਿਬਾ ਮੇਰੇ ਹੱਥ ਵੇਖ ਕੇ ਨਾ ਤੇ ਰੋਣ ਲੱਗ ਪਏ ਮੈਨੂੰ ਆਂਦੇ ਨੇ ਮੇਰੇ ਪੁੱਤਰ ਰੁੱਲ ਗਏ ਨੇ ਠੀਕ ਹੈ ਨਾ ਉਹ ਬੜਾ ਇੱਕ ਟ੍ਰੈਜਡੀ ਵਾਲਾ ਸ਼ਾਟ ਸੀ ਵਾਕਈ ਇੱਕ ਬਾਦਸ਼ਾਹੀ ਬੰਦਾ ਕਰਦਿਆਂ ਇੱਕ ਉਸ ਮੁਸੀਬਤ 'ਤੇ ਚਲਾ ਗਿਆ ਕਿ ਜਿਹਦੇ ਵਿੱਚ ਤੁਸੀਂ ਇਹ ਸਮਝਦੇ ਹੋ ਕਿ ਵੀ ਐਜ਼ ਏ ਮੁਲਾਜ਼ਮਾਂ ਵਾਂਗੂ ਉੱਥੇ ਗੋਭੀ ਗੋਡਦੇ ਰਹੇ ਅਸੀਂ ਪਾਣੀ ਛਿੜਕਦੇ ਰਹੇ ਯਾਨੀ ਕਿ ਜ਼ਿੰਦਗੀ ਦੇ ਵਿੱਚ ਇਸ ਕੰਮ ਦੇ ਵਿੱਚ ਸਿਰਫ ਖੋਇਆ ਹੀ ਖੋਇਆ ਪਾਇਆ ਕੁਛ ਨਹੀਂ ਪਾਇਆ ਤੇ ਹੋਣੇ ਜੇ ਸੋਹਣੇ ਰੱਬ ਨੇ ਸਾਨੂੰ ਇਹਦੇ ਤੋਂ ਪਛਾਣਦਾ ਹੈ ਸਹੀ ਠੀਕ ਹੈ ਨਾ ਅੱਜ ਬਿਜ਼ਨਸ ਪੇ ਕਰਨੇ ਆ ਅੱਜ ਆਪਣੀ ਵਾਹੀਆਂ ਕਰਨੇ ਆ ਪਏ ਇੱਜ਼ਤ ਦੇ ਨਾਲ ਬੈਠੇ ਆ ਕਿੰਨੀ ਦੇਰ ਹੋ ਗਈ ਹੈ ਬੱਚਿਆਂ ਨੂੰ ਕਦੀ ਲੈ ਕੇ ਸ਼ਾਪਿੰਗ ਕਰਾਉਣ ਵਾਸਤੇ ਜਾਂ ਬਾਹਰ ਕਦੀ ਲੈ ਕੇ ਗਏ ਹੋ ਵੇਖੋ ਜੀ ਪਹਿਲਾਂ ਤੇ ਇੰਜ ਦੀ ਪ੍ਰਾਈਵੇਸੀ ਸੀ ਕਿ ਤੁਸੀਂ ਨਵੀਂ ਸ਼ਾਦੀ ਹੋਈ ਹੈ ਤੇ ਤੁਸੀਂ ਗਨਮੈਨ ਅੱਗੇ ਪਾਇਆ ਠੀਕ ਹੈ ਨਾ ਤੁਹਾਡੀ ਪ੍ਰਾਈਵੇਸੀ ਹੀ ਕੋਈ ਨਹੀਂ ਭਾਬੀ ਦੀ ਜਗ੍ਹਾ ਤੇ ਗਨ ਮੈਨੂੰ ਪਾਇਆ ਉਹਨੂੰ ਪਿੱਛੇ ਬਿਠਾਇਆ ਉਹੀ ਨਾ ਭਾਬੀ ਦੀ ਜਗ੍ਹਾ ਜਿੱਥੇ ਭਾਬੀ ਨੇ ਬੈਠਾ ਉਹਨੂੰ ਸੀ ਪਿੱਛੇ ਬਿਠਾਇਆ ਅੱਛਾ ਮੈਂ ਕਸਮ ਚੁੱਕਿਆ ਨਾ ਕਿ ਮੈਂ ਨਾ ਇੱਥੋਂ ਪਿੰਡੋਂ ਨਿਕਲਣਾ ਕਰਨਾ ਤੇ ਮੈਂ ਜਾ ਕੇ ਨਾ ਉਸ ਗਨਮੈਨ ਨੂੰ ਰੁਪਈਆ 100 ਹੱਥ ਹੀ ਫੜਾਣਾ ਮੈਂ ਕਿਹਾ ਯਾਰ ਮੇਰੀ ਜ਼ਿੰਦਗੀ ਰੱਬ ਕੋਲੇ ਤੇ ਮੈਂ ਆਪਣੀ ਪ੍ਰਾਈਵੇਸੀ ਡਿਸਟਰਬ ਨਹੀਂ ਕਰਨਾ ਚਾਹੁੰਦਾ ਤੂੰ ਘਰ ਚੱਲ ਮੇਰਾ ਅੱਲਾ ਵਾਰਿਸ ਠੀਕ ਹੈ ਨਾ ਮੈਂ ਜਾਣਾ ਐਸਾ ਇਕੱਠੇ ਅੱਛਾ ਠੀਕ ਹੈ ਨਾ ਤੁਸੀਂ ਤਾਂ ਫਿਰ ਗਾਉਂਦੇ ਜਾਂਦੇ ਹੁੰਦੇ ਹੋ ਨਾਲ ਸਟੀਅਰਿੰਗ ਤੇ ਨਾਲ ਭਾਬੀ ਨੂੰ ਕਹੋ ਆ ਜਾਵੇ ਫਰੰਟ ਤੇ ਉਹ ਫਿਰ ਇੱਕ ਚੜੇ ਆ ਕਚਹਿਰੀ ਬੱਲੇ ਸਾਨੂੰ ਅੰਜਨ ਸਾਹਿਬ ਆਪਣਾ ਗਾਣਾ ਸੁਣਾਓ ਜਿਹੜਾ ਤੁਸੀਂ ਦੁਸ਼ਮਣਦਾਰੀ ਤੇ ਲਿਖਿਆ ਤੇ ਅਸਲਿਆਂ ਤੇ ਲਿਖਿਆ ਵੇਖੋ ਜੀ ਮੈਂ ਇਹ ਖਤਮ ਕਰਨ ਵਾਸਤੇ ਲਿਖਿਆ ਜਾਂ ਸ਼ੁਰੂ ਕਰਨ ਵਾਸਤੇ ਲਿਖਿਆ ਖਤਮ ਕਰਨ ਵਾਸਤੇ ਮੈਂ ਇਹ ਆਪਣੇ ਮੁੱਤੇ ਲਿਖਿਆ ਮੈਂ ਵੇਖੋ ਇਹ ਲਿਖਿਆ ਹੋ ਜੱਟ ਗੰਨਾ ਦੇ ਨਾਲ ਛੱਡ ਯਾਰੀਆਂ ਹੋ ਕਹਿੰਦਾ ਪਿਆਰ ਦੀਆਂ ਇਹ ਬਿਮਾਰੀਆਂ ਹੋ ਜੱਟ ਪਿਆਰ ਦਾ ਸਭਾ ਕੱਢਿਆ ਓਏ ਹੱਥ ਸੱਜਣਾ ਦਾ ਨਾ ਛੱਡਿਆ ਉਹ ਜਿਹੜੇ ਮੁੱਛ ਨੂੰ ਮਰੋੜਾ ਦਈ ਫਿਰਦੇ ਹੋ ਜੱਟ ਇੱਕ ਪਿੰਡੋਂ ਕੱਢਿਆ ਹੋ ਬਾਪੂ ਉਹਦਾ ਹੀ ਤਾਂ ਫਿਰੇ ਹਿੱਕ ਤਾਣ ਕੇ ਹੋ ਪੁੱਤ ਜਿਹਦੇ ਨੇ ਤਾਨਾ ਕੱਢਿਆ ਆਏ ਯਾਨੀ ਕਿ ਇਹ ਮੈਂ ਚੀਜ਼ ਚਾਹਨਾ ਵਾ ਪੁੱਤ ਜਿਹਦੇ ਨੇ ਤਾਨਾ ਕੱਢਿਆ ਮਤਲਬ ਪੁੱਤ ਜਿਹਦੇ ਨੇ ਤਾਂ ਨਾ ਕੱਢਿਆ ਅੱਛਾ ਪੁੱਤ ਜਿਹਦੇ ਨੇ ਤੇ ਨਾ ਕੱਢਿਆ ਯਾਨੀ ਕਿ ਪੜ੍ਹ ਲਿਖ ਕੇ ਹਾਂ ਪੜ੍ਹ ਲਿਖ ਕੇ ਜਾਂ ਕੋਈ ਅੱਛੇ ਪਾਸੇ ਯਾਨੀ ਕਿ ਆਪਣੇ ਪੁੱਤ ਜਿਹਦੇ ਨੇ ਬਾਪੂ ਉਹਦਾ ਹੀ ਤੇ ਫਿਰੇ ਹਿੱਕ ਤਾਣ ਕੇ ਪੁੱਤ ਜਿਹਦੇ ਨੇ ਤੇ ਨਾ ਕੱਢਿਆ ਹਾਂ ਹੁਣ ਜਿਵੇਂ ਵੇਖੋ ਨਾ ਕੋਈ ਵੀ ਅਫਸਰ ਹੈ ਤੇ ਉਹਦਾ ਪਿਓ ਜਿਹੜਾ ਉਹ ਮਾਸ਼ਾਅੱਲਾ ਔਲਾਦ ਚੰਗੀ ਹੋਵੇਗੀ ਸਿਆਪਿਆਂ ਤੋਂ ਬਚੀ ਹੋਵੇਗੀ ਕਿਤੇ ਆਪਣੇ ਮਕਾਮ ਤੇ ਹੋਵੇਗੀ ਤੇ ਉਹਦੇ ਹੀ ਪਿਓ ਨੇ ਹਿੱਕ ਤਾਣ ਕੇ ਟੁਰਨੀ ਹੈ ਨਾ ਉਹਨੇ ਆਖਣਾ ਵੇਖ ਮੇਰਾ ਪੁੱਤਰ ਅੱਜ ਰੱਬ ਸੋਹਣੇ ਮੈਨੂੰ ਰੰਗ ਪਾਗ ਲਾਏ ਨੇ ਤੇ ਜਿਹਦੇ ਪੁੱਤਰਾਂ ਨੇ ਉਹਨੇ ਆਖਿਆ ਅੱਲਾਹ ਤਾਲਾ ਮਾਫ ਕਰੇ ਉੱਥੇ ਹੀ ਜੋਗੇ ਵਿਚਾਰੇ ਦੁਸ਼ਮਣੀਆਂ ਜੋਗੇ ਸਿਆਪਿਆਂ ਜੋਗੀ ਰਹਿ ਜਾਣ ਨਾਗਾ ਜੋਗੇ ਤੇ ਨਾ ਪਿਛਾਂ ਜੋਗੇ ਉਹਦੇ ਪਿਓ ਨੇ ਹਿੱਕ ਕੀ ਤਾਣ ਕੇ ਤੇ ਨਹੀਂ ਉਹਦਾ ਤੇ ਪਿਓ ਦਾ ਲੱਕ ਹੀ ਟੁੱਟ ਜਾਂਦਾ ਬਿਲਕੁਲ ਸਹੀ ਗੱਲ ਹੈ ਐਸੇ ਗੱਲ ਤੇ ਇੰਜ ਕਰੋ ਭਲਾ ਆਏ ਮੋਲਾ ਭਾਗ ਲੱਗੇ ਰਹੇ ਚਾਹੇ ਮੱਛੀਆਂ ਵਾਲਾ ਕੀ ਸੀਨ ਹੈ ਮੱਛੀਆਂ ਜਿਹੜੀਆਂ ਰੱਖੀਆਂ ਤੁਸੀਂ ਮੱਛੀਆਂ ਦਾ ਮੈਂ ਪੰਜਾਬੀ ਦਾ ਲਫ਼ਜ਼ ਬੋਲਣਾ ਉਹਨੇ ਮੈਨੂੰ ਕਹਿਣਾ ਆਉਂਦਾ ਮੱਛਲੀ ਐ ਨਾ ਸਮਝਣਾ ਕਿ ਮੈਨੂੰ ਨਹੀਂ ਆਉਂਦਾ ਮੱਛੀਆਂ ਰੱਖੀਆਂ ਨੇ ਜਨਾਬ ਇਹ ਮਹਿਮਾਨ ਕੋ ਆਜੇ ਆਪਣੇ ਖਾਣ ਵਾਸਤੇ ਵੇਚਣ ਵਾਸਤੇ ਨਹੀਂ ਰੱਖੀਆਂ ਅੱਛਾ ਵੇਚਣ ਵਾਸਤੇ ਨਹੀਂ ਰੱਖੀਆਂ ਅੱਛਾ ਮਾਸ਼ਾਅੱਲਾ ਅਸੀਂ ਵੇਖਿਆ ਤਲਾਬ ਬਹੁਤ ਵੱਡਾ ਹੈ ਉਹਦੇ ਵਿੱਚ 8 ਤੋਂ 10,000 ਮੱਛਲੀਆਂ ਨੇ ਠੀਕ ਹੈ ਔਰ ਛੋਟਾ ਐਡਾ ਪੂੰਗਾ ਪਾਇਆ ਜੀ ਐਡਾ ਪੈਂਦਾ ਹੈ ਫਿਰ ਕੁਛ ਮਹੀਨੇ ਸਾਲ ਬਾਅਦ ਵੱਡਾ ਹੋ ਜਾਂਦਾ ਠੀਕ ਹੈ ਮਾਸ਼ਾਅੱਲਾ ਦੇਖੋ ਖਾ ਕੇ ਤੇ ਕੀ ਹਾਲ ਕੀਤਾ ਇਹਨਾਂ ਨੇ ਪੁੰਗੇ ਅੱਛਾ ਬਦਮਾਸ਼ੀ ਦੇ ਵਿੱਚ ਕਦੀ ਇੰਜ ਹੋਇਆ ਕਿ ਤੂੰ ਚੱਲ ਮੈਂ ਆਇਆ ਨਹੀਂ ਯਾਰ ਅਸਲ ਗੱਲ ਪਤਾ ਕੀ ਜ਼ੈਨ ਭਾਈ ਹਾਂਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਿਸੇ ਬੰਦੇ ਨੂੰ ਇਹ ਗੱਲ ਹੀ ਨਹੀਂ ਕੀਤੀ ਕਿ ਤੂੰ ਚੱਲ ਮੈਂ ਆਇਆ ਮੈਂ ਜਿਹਦੇ ਨਾਲ ਟੁਰਨਾ ਮੈਂ ਉਹਦੇ ਨਾਲ ਟੁਰਨਾ ਆਏ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਤੁਸੀਂ ਵੀ ਕਰੋ ਨਾ ਇੰਜ ਕਰੋ ਭਲਾ ਇੰਜ ਅਸਾਂ ਤੇ ਨਹੀਂ ਇੰਜ ਕਰੋ ਭਲਾ ਮੇਰੇ ਕੋਲ ਨਹੀਂ ਹੁੰਦਾ ਮੈਂ ਸਿਰਫ ਅੱਛਾ ਚਲੋ ਅਸੀਂ ਦੋਵੇਂ ਰਲ ਕੇ ਗਾਣੇ ਓਏ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਬਸ ਇੰਨਾ ਹੀ ਆਉਂਦਾ ਮੈਨੂੰ ਵੀ ਸਾਰੇ ਗਾ ਮਾ ਪਾ ਦਾ ਨੀ ਸਾ ਕਰੋ ਭਲਾ ਇਹ ਨਹੀਂ ਹੋਣਾ ਨਹੀਂ ਸਿੰਗਰ ਨੇ ਤੇ ਇਹ ਨਹੀਂ ਹੋਣਾ ਤੇ ਕੀ ਹੋਣਾ ਕੀ ਮੈਂ ਤੇ ਵੇਖੋ ਨਾ ਜੀ ਮੈਂ ਤੇ ਇੱਕ ਗੋਡ ਗਿਫਟਡ ਜੀ ਚੀਜ਼ ਹੈ ਆਵਾਜ਼ ਹੈ ਸ਼ੁਰੂ ਤੋਂ ਬਚਪਨ ਤੋਂ ਸ਼ੌਕ ਸੀ ਉਹਨੂੰ ਜਿਵੇਂ ਦੀ ਆ ਮੈਂ ਖੁਦ ਲਿਖਣਾ ਵਾ ਤੇ ਖੁਦ ਹੀ ਗਾ ਛੱਡਣਾ ਸਾਨੂੰ ਨਾ ਕੋਈ ਖਾਨ ਸਾਹਿਬ ਦੀ ਕੋਈ ਚੀਜ਼ ਸੁਣਾਓ ਨੁਸਰਤ ਸਾਹਿਬ ਹਾਂਜੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ
ऐसा बनना सवरना मुबारक तुम्हें। कम से कम इतना कहना हमारा करो, चांद शर्माएगा चांदनी रात में, यूं ना जुल्फों को अपनी सवारा करो, ऐसा बनना सवरना, ऐसा बनना सवरना। नुसरत फतेह अली खान साहब का गाना मैनू शाजिया खुश्क की आवाज़ च सुनाओ। मैं शाजिया खुश कदी सुनी नहीं, कदे नहीं सुनी? नहीं सुनी, अपनी भी कदी सुनी कि नहीं? अपनी सुनने ते गा रहे हैं ना जी। अच्छा जी। हाँ जी, शायर हो जी मैं शायरी भी कर लेना है, मैं ही लेना गाने। ਇਹ ਨਾਨਕੇ ਗਾਣਾ ਜਿਹੜਾ ਹੈ, हाँ ਇਹ ਜਿਹੜਾ ਹੁਣ ਵੀਡੀਓ ਤਕਰੀਬਨ 2 ਮਿਲੀਅਨ ਕ੍ਰਾਸ ਕਰ ਗਿਆ ਹੈ, ਇਹ ਮੈਂ ਖੁਦ ਹੀ ਲਿਖਿਆ ਹੈ। अच्छा जी। हाँ जी। मैनू कोई शेर सुनाओ, मैनू कोई तड़पता शेर सुनाओ। ਕਿਹਦਾ? तड़पता नहीं, अपना ये सुनाओ। गाने दा नहीं नहीं अपना अपना। नहीं, ਉਹ ਤੇ ਗਾਣੇ ਦੀ ਸ਼ਕਲ ਵਿੱਚ ਹੀ ਲਿਖਣਾ। ਚਲੋ ਗਾਣੇ ਦੀ ਸ਼ਕਲ ਸੁਣਾ ਦਿਓ, ਜਿਹੜੇ ਮਰਜ਼ੀ ਸ਼ਕਲ 'ਚ ਸੁਣਾ ਦਿਓ, ਮੈਂ ਅੱਲਾ ਮਾਫੀ ਦੇਵੇ ਕਿਹੜਾ ਲੈ ਕੇ ਭੱਜ ਜਾਣਾ, ਸੁਣਨਾ ਹੀ ਹੈ। ਨਹੀਂ, ਇਹ ਨਾਨਕੇ ਵਾਲਾ ਹੀ ਸੁਣਾ ਦੇਣਾ। ਚਲੋ ਨਾਨਕੇ ਵਾਲਾ ਸੁਣਾ ਦਿਓ, ਦਾਦਕੇ ਵਾਲਾ ਸੁਣਾ ਦਿਓ, ਭਾਵੇਂ ਫੁੱਫੀਆਂ ਚਾਚੀਆਂ ਤਾਈਆਂ ਵਾਲਾ ਸੁਣਾ ਦਿਓ। ਜੀ ਹੋ ਚੱਲੋ ਚੱਲੀਏ ਨਾਨਕੇ, ਹੋ ਕੰਮ ਸਾਰੇ ਹੁਣ ਕਰਾਂਗੇ ਆਣ ਕੇ, ਓਏ ਨਾਨੋ ਫੋਨ ਕੀਤਾ ਏ ਮੇਰੇ ਸੋਹਣਿਓ ਛੇਤੀ ਆ ਜਾਵੋ, ਓਏ ਨਾਨਾ ਜੀ ਨੇ ਆਖਿਆ ਮੇਰੇ ਵੇੜੇ ਰੌਣਕ ਲਾ ਜਾਵੋ, ਓ ਇਸ ਪਿੰਡ ਵਿੱਚ ਫਿਰਨਾ ਏ ਮੈਂ, ਫਿਰਨਾ ਏ ਹਿੱਕ ਤਾਣ ਕੇ, ਓ ਇਸ ਪਿੰਡ ਵਿੱਚ ਫਿਰਨਾ ਏ ਮੈਂ, ਫਿਰਨਾ ਏ ਹਿੱਕ ਤਾਣ ਕੇ, ਮਾਂ ਆਓ ਚੱਲੀਏ ਨਾਨਕੇ। ਜਿਹੜੀ ਟਿਊਨ ਹੈ ਉਹ ਮੈਨੂੰ ਇੱਕ ਗਾਣੇ ਦੀ ਕਾਪੀ ਲੱਗ ਰਹੀ। ਕਿਹੜੇ ਦੀ? ਖੋਤੀ ਕਿੱਥੇ ਐ ਜਿਹੜੀ ਕਿਸ਼ਤਾਂ ਤੇ ਲਈ ਸੀ, ਹੈ ਨਾ ਉਹੀ ਹੈ। ਨਹੀਂ ਨਹੀਂ, ਤੇ ਨਾਨਕਿਆਂ ਨੇ ਕਦੀ ਵੈਸੇ ਆਪਸ ਦੀ ਗੱਲ ਇਹ ਗਾਣਾ ਤੇ ਬਣਾ ਲਿਆ, ਕਦੀ ਮਿਸ ਵੀ ਕੀਤਾ ਉਹਨਾਂ ਨੇ ਕਿ ਨਹੀਂ? ਉਹ ਨਾ ਉਹ ਮੈਨੂੰ ਬੜਾ ਮਿਸ ਕਰਦੇ ਨੇ, ਮੈਂ ਉਹਨਾਂ ਨੂੰ ਬੜਾ ਮਿਸ ਕਰਨਾ ਵਾ। ਮੈਨੂੰ ਨਾਨਕੇ ਨਾਲ ਬੜਾ ਲਗਾਓ ਹੈ। ਅੱਛਾ ਜੀ। ਠੀਕ ਹੈ ਨਾ, ਮੈਂ ਤੇ ਕਦੀ ਹੁਣ ਉਸ ਪਾਸੇ ਨੂੰ ਵੜ ਜਾਂਦੇ, ਮੈਨੂੰ ਉਸ ਪਾਸੇ ਉਂਝ ਵੜਦੇ ਆ, ਨਾਲ ਹੀ ਹਵਾਵਾਂ ਠੰਡੀਆਂ ਆਉਣ ਲੱਗ ਪੈਂਦੀਆਂ। ਹਾਏ ਹਾਏ, ਨਾਨਕਿਆਂ ਨਾਲ ਇੰਨਾ ਮੈਨੂੰ ਪਿਆਰ। ਨਾਨਕਿਆਂ ਨੇ ਕੀ ਗਲੀ ਦੀ ਚੌਂਕ 'ਚ ਏਸੀ ਲਵਾਇਆ ਜਿਹਦੀ ਬਾਤ ਤੁਹਾਨੂੰ ਜ਼ਿੰਦਗੀ ਦੇ ਨਾ ਬੜੇ ਟਾਈਮ ਆਪਣੇ ਯਾਰਾਂ ਦੋਸਤਾਂ ਨਾਲ ਗੁਜ਼ਾਰੇ ਨੇ, ਉਹ ਨਹੀਂ ਭੁੱਲਦੇ। ਮੈਂ ਬੜਾ ਅੱਛਾ ਟਾਈਮ ਗੁਜ਼ਾਰਿਆ ਉੱਥੇ, ਇਸ ਵਾਸਤੇ ਮੈਂ ਉਤੋਂ ਹੀ ਇਨਸਪਾਇਰ ਹੋ ਕੇ ਤੇ ਮੈਂ ਇਹ ਗਾਣਾ ਲਿਖਿਆ। ਇਹ ਸਰਵਰ ਕੌਣ ਹੈ ਜਿਹਨੂੰ ਬਾਰ-ਬਾਰ ਤੁਸੀਂ ਆਵਾਜ਼ ਦਿੰਦੇ ਹੋ? ਇਹ ਤੇ ਹੁਣ ਜੇ ਤੁਸੀਂ ਹੁਣ ਕੋਈ ਗੱਲ ਗਲਤ ਕਰੋਗੇ ਤੇ ਸਰਵਰ ਇੱਥੇ ਤੁਹਾਡੇ ਕੋਲ ਆ। ਇਹ ਸਰਵਰ ਹੈ ਕੌਣ ਹੈ? ਕੀ ਮਤਲਬ ਇਹਦੇ ਪੈਸੇ ਧਾਰ ਦੇਣੇ ਜੇ? ਤੁਹਾਡਾ ਇਹਦੇ ਤੋਂ ਬਗੈਰ ਦਿਲ ਨਹੀਂ ਲੱਗਦਾ, ਤੁਹਾਡਾ ਛੋਟਾ ਮੁੰਡਾ ਹੈ। ਸਵਾਲ ਮੇਰੇ ਕੋਲ ਪੁੱਠਾ ਕਰ ਦਿਓ, ਫਿਰ ਮੈਨੂੰ ਸਰਵਰ ਯਾਦ ਆ ਜਾਏ। ਸਰਵਰ ਦੀ ਸ਼ਕਲ ਵੇਖ ਕੇ ਮੈਨੂੰ ਭਲਾ ਕੀ ਲੱਗਦਾ, ਜਿਵੇਂ ਤਾਰ ਤੇ ਜਾਨ ਸੁੱਕਣੇ ਪਾਈ ਹੁੰਦੀ। ਸਰਵਰ ਬੜੀ ਬਲਾ ਬੰਦਾ। ਅੱਛਾ ਜੀ। ਸਰਵਰ ਦੀ ਸ਼ਕਲ ਵੇਖ ਕੇ ਮੈਨੂੰ ਭਲਾ ਕੀ ਲੱਗਦਾ, ਜੀ ਜਿਵੇਂ ਡਾਂਗ ਨਾਲ ਗੁੱਡੀ ਲੁੱਟੀ ਹੁੰਦੀ। ਉਹ ਸਰਵਰ ਔਰ ਰਹਿਣ ਦਿਓ ਯਾਰ, ਕਿਹੜਾ ਸਰਵਰ ਤੁਹਾਨੂੰ ਵਹਾਈਏ ਨਾ। ਨਹੀਂ ਤੁਸੀਂ ਰਹਿਣ ਦਿਓ, ਨਹੀਂ ਤੁਹਾਡੀ ਮਿਹਰਬਾਨੀ ਰਹਿਣ ਦਿਓ। ਕਿਸੇ ਹੋਰ ਸਰਵਰ ਉਹਨੂੰ ਕੋਈ ਦੂਸਰੇ ਨੂੰ ਹੋਰ ਕਿਸੇ ਬੰਦੇ ਨੂੰ ਸਰਵਰ। ਅੱਛਾ ਸਰਵਰ ਹੈ ਕੌਣ ਹੈ? ਗਨਮੈਨ ਹੈ ਤੁਹਾਡਾ? ਜੀ ਗਨਮੈਨ। ਤੇ ਇਹਦੇ ਕੋਲ ਕੀ ਮਤਲਬ ਕਿਹੜੀ ਪਾਣੀ ਵਾਲੀ ਪਿਸਤੌਲ ਕਿਹੜੀ ਹੈ? ਉਹਦੇ ਕੋਲ AK-47। ਇੱਕ AK-47 ਤੇ ਭਾਂ ਤੁਹਾਨੂੰ ਕਿਉਂ ਬੁਲਾ ਰਹੇ ਹੋ? ਖੁਦਾ ਦਾ ਵਾਸਤਾ ਕਿਹੜੇ ਪਾਸੇ ਟੁਰ ਪਿਓ? ਮੈਂ ਇੰਟਰਵਿਊ ਕਰਨ ਆਇਆ। ਤੁਸੀਂ ਆਪ ਹੀ ਤੇ ਆਂਦੇ ਹੋ ਕਿ ਜਦੋਂ ਸਵਾਲ ਜੂ ਠੀਕ ਨਹੀਂ ਕਰਦੇ ਤੇ ਫਿਰ ਮੈਂ ਉਹਨੂੰ ਵੀ ਬੁਲਾ ਲਈਦੇ ਆ। ਮੈਂ ਕਿਹੜਾ ਡਾਕਟਰ ਆ ਜਿਹੜਾ ਸਹੀ ਸਵਾਲ ਕਰਨੇ ਨੇ? ਸਵਾਲ ਠੀਕ ਨਹੀਂ ਮੈਂ ਕਰਦਾ ਹੁੰਦਾ, ਮੇਰੇ ਸਵਾਲ ਹਮੇਸ਼ਾ ਪੁੱਠੇ ਹੀ ਹੁੰਦੇ ਨੇ। ਅੰਜਮ ਭਾਈ ਮੇਰੇ ਕੋਲ ਇੱਕ ਕੰਪੋਜੀਸ਼ਨ ਆਇਆ, ਮੇਰੇ ਕੋਲ ਇੱਕ ਗਾਣਾ ਹੈ, ਅਗਰ ਤੁਸੀਂ ਕਹੋ ਤੇ ਯਕੀਨ ਕਰੋ ਬੜਾ ਹੀ ਪੈਸਾ, ਬਹੁਤ ਬਿਜ਼ਨਸ ਕਰੇਗਾ ਉਹ ਗਾਣਾ। ਤੇ ਅਗਰ ਤੁਸੀਂ ਕਹੋ ਤਾਂ ਦੋਵੇਂ ਭਰਾ ਰਲ ਕੇ ਨਾ ਗਾ ਲਈਏ। ਪਰ ਇਹ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਸਰਵਰ ਨੂੰ ਨਹੀਂ ਬੁਲਾਣਾ, ਇੱਕ ਸ਼ਰਤ ਪਹਿਲੇ ਮੈਂ ਰੱਖਣ ਲੱਗਾ। ਚਲ ਦੱਸੋ ਕਿਹੜਾ ਗਾਣਾ? ਸਰਵਰ ਨੂੰ ਨਹੀਂ ਬੁਲਾਉਂਦਾ ਮੈਂ, ਆਦੀ ਤਾਂ ਯਾਰ ਸਰਵਰ ਨੂੰ ਨਹੀਂ ਬੁਲਾਉਂਦਾ। ਪੱਕੀ ਗੱਲ ਹੈ, ਪੱਕੀ ਗੱਲ, ਪ੍ਰੋਮਿਸ ਹੋ ਗਿਆ। ਪੱਕੀ। ਆਪਾਂ ਗਾਣਾ ਗਾਣੇ ਆ ਤੇ ਪੈਸੇ ਵੀ ਮੈਂ ਹੀ ਲਾਵਾਂਗਾ ਉਹਦੇ ਤੇ, ਇਸ ਚੀਜ਼ ਦੀ ਟੈਨਸ਼ਨ ਨਹੀਂ ਲੈਣੀ। ਠੀਕ। ਰੁਪਈਆ ਸਾਨੂੰ ਘਾਟਾ ਹੀ ਨਹੀਂ ਹੋਣਾ। ਅੱਛਾ ਕੀ ਭਲਾ? ਦੱਸੋ। ਇੰਜ ਕਰੋ, ਦੂਜਾ ਹੱਥ ਇੰਜ ਕਰੋ, ਨਹੀਂ ਉਹਨੂੰ ਇੰਜ ਕਰੋ, ਇਹਨੂੰ ਇੰਜ, ਨਹੀਂ ਸਹੀ, ਇਹਨੂੰ ਇੰਜ ਕਰੋ ਨਾ, ਇੰਜ ਨਹੀਂ ਇਹਨੂੰ ਇੰਜ ਕਰੋ, ਇਹਨੂੰ ਇੰਜ ਕਰੋ। ਚਲੋ ਮੇਰੇ ਨਾਲ ਗਾਣਾ ਜੇ, ਠੀਕ ਹੈ? ਹੁਣ ਅਗਰ ਤੁਸੀਂ ਵੇਖ ਲਿਓ ਫਿਰ ਗਾਣਾ ਗਾਣਾ ਜੇ, ਠੀਕ ਹੈ? ਵਾਸਤੇ ਦੇ ਯਾਰ ਗਾਣਾ ਤੇ ਪੂਰਾ ਸੁਣ ਲਓ। ਲੈ ਲੈਣਾ ਯਾਰ ਤੁਸੀਂ ਆਪ ਹੀ ਯਾਰ ਸੁਣ ਤੇ ਲਵੋ, ਗਾਲੀ ਪੈਸੇ ਮੈਂ ਲਾ ਦਿਆਂ। ਸੁਣ ਤੇ ਲਓ ਗਾਣਾ। ਨਹੀਂ ਮੈਂ ਨਹੀਂ ਗਾਣਾ, ਮੈਂ ਗਾਣਾ ਹੀ ਨਹੀਂ ਯਾਰ। ਗਾਓ ਤੇ ਸਹੀ ਭਾਵੇਂ ਤੁਸੀਂ ਮੇਰੇ ਨਾਲ। ਜ਼ੈਨ ਭਾਈ ਗੱਲ ਇਹ ਵੇ ਕਿ ਤੁਸੀਂ ਆਪ ਹੀ ਗਾਓ। ਹਾਂ
ਪੂਰਾ ਪਹਿਲਾਂ ਮੈਨੂੰ ਸੁਣਾਓ ਨਾ। ਅੱਛਾ ਆ ਤੇ ਫਿਰ ਇਸ ਤੋਂ ਬਾਅਦ ਮੈਂ ਕੋਈ ਫੈਸਲਾ ਕਰਾਂਗਾ। ਮੈਨੂੰ ਇਨਾਮ ਮਿਲੇਗਾ ਇਹਦਾ? ਹਾਂ ਜੀ ਮਿਲ ਜਾਏਗਾ। ਪੱਕੀ ਗੱਲ ਜੇ ਹੈ? ਅੱਛਾ ਹੋਇਆ ਤੇ ਜ਼ਰੂਰ ਦਿਆਂ। ਡਨ ਹੋ ਗਿਆ। ਅੱਲਾ ਵਾਸਤੇ ਦੇ, ਮੌਲਾ ਵਾਸਤੇ ਦੇ। ਐਗੀ ਯਾਰ ਮਿਹਰਬਾਨੀ ਤੁਸੀਂ ਲਓ। ਐਗੀ ਤੁਸੀਂ ਬਸ ਉਹਨਾਂ ਇਹ ਆਪ ਹੀ ਗਾਇਆ ਜੇ, ਜੇ ਹੋਰ ਵੀ ਜ਼ਰੂਰਤ ਹੋਈ ਮੈਂ ਹੋਰ ਵੀ ਦੇ ਯਾਰ ਮੇਰਾ ਗਾਣਾ ਪੂਰਾ ਸੁਣੇ ਯਾਰ। 10 ਰੁਪਏ ਦਾ ਗਾਣਾ ਤੇ ਨਹੀਂ ਸੀ ਨਾ ਆਇਆ ਵੈਸੇ। ਬਸ ਠੀਕ ਹੈ, ਜਿਸ ਤਰ੍ਹਾਂ ਤੁਸੀਂ ਮੰਗ ਰਹੇ ਹੋ ਇੰਨੇ ਹੀ ਬਣਦੇ। ਠੀਕ ਹੈ ਭਾਜੀ, ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ ਤੁਹਾਡੇ ਕੋਲ ਆ ਕੇ। ਖਾਣਾ ਛਾਣਾ ਖਾਦਾ ਮਾਸ਼ਾਅੱਲਾ, ਫਿਸ਼ਿੰਗ ਵੇਖੀ, ਉਹ ਤਲਾਅ ਤੁਹਾਡੇ ਤੇ ਗਏ, ਉਸ ਤੋਂ ਬਾਅਦ ਘੁੰਮੇ ਫਿਰੇ ਤੁਹਾਡਾ ਪਿੰਡ ਵੀ ਨਾਲ। ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੇ ਦੇ ਦਿਓ ਲਾਸਟ ਉੱਤੇ। ਮੈਂ ਤੇ ਹੱਥ ਜੋੜ ਕੇ ਭਾਈ ਤੁਹਾਡੇ ਸਾਰਿਆਂ ਅੱਗੇ ਇਹੀ ਰਿਕੁਐਸਟ ਕਰਾਂਗਾ ਕਿ ਯਾਰ ਅਮਨ ਦੇ ਨਾਲ ਰਵੋ। ਇਹਨਾਂ ਚੀਜ਼ਾਂ ਦੇ ਵਿੱਚ ਸਵਾਏ ਨੁਕਸਾਨ ਤੋਂ, ਘਰ ਉਜਾੜਨ ਤੋਂ, ਬੇਚੈਨੀਆਂ ਬੇਸਕੂਨੀਆਂ ਖਰੀਦਣ ਤੋਂ ਇਲਾਵਾ ਮੈਂ ਕਸਮ ਚੁੱਕ ਕੇ ਆਨਾ ਵਾਂ ਕਿ ਕੁਛ ਨਹੀਂ ਜੇ ਲੱਭਦਾ। ਤੇ ਜਿਹੜਾ ਬੰਦਾ ਇਹ ਗੱਲ ਆਂਦਾ ਕਿ ਮੈਨੂੰ ਬੜਾ ਕੁਛ ਲੱਭਾ, ਉਹਨੂੰ ਮੇਰੇ ਸਾਹਮਣੇ ਲਿਆਓ ਤੇ ਉਹ ਆਖੇ ਮੈਂ ਕਿ ਯਾਰ ਇਸ ਕੰਮ ਵਿੱਚ ਮੈਨੂੰ ਬੜਾ ਕੁਛ ਲੱਭਾ ਤੇ ਮੈਂ ਤੇ ਬੜਾ ਦਲੇਰ ਆ, ਮੈਂ ਨਹੀਂ ਕਿਸੇ ਤੋਂ ਡਰਦਾ। ਡਰ ਹਰ ਬੰਦੇ 'ਚ, ਠੀਕ ਹੈ ਨਾ। ਕੋਈ ਇਸ ਵਾਸਤੇ ਆਨਾ ਕਿ ਨੂੰ ਮੁੜ ਜਾਓ, ਮਨਾ ਹੋ ਜਾਓ, ਤਾਂ ਕਿ ਆਪਣੇ ਘਰ ਵਾਲਿਆਂ ਨੂੰ, ਆਪਣੇ ਬੱਚਿਆਂ ਨੂੰ, ਆਉਣ ਵਾਲੀ ਨਸਲ ਨੂੰ ਤੇ ਆਪਣੀ ਜ਼ਿੰਦਗੀ ਨੂੰ ਯਾਰ ਇੱਕ ਅੱਛੇ ਰਾਹ ਤੇ ਗੁਜ਼ਾਰੋ, ਠੀਕ ਹੈ ਨਾ। ਰੱਬ ਨੇ ਜ਼ਿੰਦਗੀ ਦਿੱਤੀ ਹੈ ਸੁੱਖ ਲਈ, ਸਕੂਨ ਲਈ, ਠੀਕ ਹੈ ਨਾ। ਲੜਾਈਆਂ ਲਈ, ਝਗੜਿਆਂ ਲਈ ਨਹੀਂ ਦਿੱਤੀ, ਠੀਕ ਹੈ ਨਾ। ਲੜਾਈ ਝਗੜੇ ਤੇ ਮੇਰੇ ਅੱਲਾ ਨੂੰ ਵੀ ਪਸੰਦ ਨਹੀਂ।